ਚੰਦ ਦਿਨ ਪਹਿਲੇ ਸਾਡੇ ਹਮਸਾਇਆ ਮੁਲਕ ਇੰਡੀਆ ਦੇ ਪ੍ਰਾਈਮ ਮਿਨਿਸਟਰ ਜਨਾਬ ਨਰਿੰਦਰ ਮੋਦੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤਾ। ਉਸ ਸਟੇਟਮੈਂਟ ਨੂੰ ਕੁਝ ਲੋਕ ਕਹਿ ਰਹੇ ਨੇ ਕਿ ਸਿਰਫ ਸਿਆਸੀ, ਇਹਦਾ ਕੋਈ ਗਹਿਰਾ ਮੁਤਾਲਿਆ ਨਾ ਕੀਤਾ ਜਾਵੇ, ਤਜਜ਼ੀਆ ਨਾ ਕੀਤਾ ਜਾਵੇ, ਦੋ ਤਰਫਾ ਤਾਲੁਕਾਤ ਦੇ ਤਨਾਜ਼ਰ 'ਚ ਨਾ ਵੇਖਿਆ ਜਾਵੇ। ਬਸ ਇੱਕ ਇਲੈਕਸ਼ਨ ਮੁਹਿੰਮ ਦੇ ਵਿੱਚ ਜਿਹੜੇ ਜਜ਼ਬਾਤੀ ਕਿਸਮ ਦੇ ਬਿਆਨਾਤ ਹੁੰਦੇ ਨੇ, ਉਸ ਤਰ੍ਹਾਂ ਦਾ ਕੋਈ ਬਿਆਨ ਸਮਝਿਆ ਜਾਵੇ। ਅਸੀਂ ਜਾਇਜ਼ਾ ਇਹ ਲਵਾਂਗੇ ਕਿ ਕੀ ਇਹ ਸਟੇਟਮੈਂਟ ਵਾਕਈ ਇਸੇ ਦਰਜੇ ਦਾ ਮੁਸਤਹਿਕ ਹੈਗਾ ਕਿ ਇਹਨੂੰ ਸੁਣ ਕੇ ਨਜ਼ਰਅੰਦਾਜ਼ ਕਰਤਾ ਜਾਵੇ, ਸੱਟ ਦਿੱਤਾ ਜਾਵੇ ਇੱਕ ਪਾਸੇ ਔਰ ਅੱਗੇ ਵੱਧ ਜਾਇਆ ਜਾਵੇ, ਜਾਂ ਇਹਦੇ ਪਿੱਛੇ ਕੋਈ ਐਸੀ ਗੱਲ ਹੈਗੀ ਹੈ ਕਿ ਜਿਹਦੇ ਉੱਤੇ ਗੌਰ ਕਰਨ ਦੀ ਜ਼ਰੂਰਤ ਹੈਗੀ ਦੋਵਾਂ ਪਾਸੇ ਦੇ ਲੋਕਾਂ ਨੂੰ। ਅਤੇ ਸਟੇਟਮੈਂਟ ਕੀ ਉਹਨਾਂ ਨੇ ਦਿੱਤਾ? ਸਟੇਟਮੈਂਟ ਉਹਨਾਂ ਦੇ 2015 ਦੇ ਜਿਹੜਾ ਦੌਰਾ ਵੇ ਲਾਹੌਰ ਦਾ, ਉਹਦੇ ਬਾਰੇ। ਯਾਦ ਹੋਏਗਾ ਤੁਹਾਨੂੰ ਕਿ ਉਸ ਟਾਈਮ ਜਿਹੜੇ ਪ੍ਰਾਈਮ ਮਿਨਿਸਟਰ ਸਨ ਮੀਆਂ ਨਵਾਜ਼ ਸ਼ਰੀਫ, ਉਹਨਾਂ ਦੀ ਨਵਾਸੀ ਦੀ ਸ਼ਾਦੀ ਸੀ, ਮਰੀਮ ਨਵਾਜ਼ ਜਿਹੜੀ ਨੇ ਉਹਨਾਂ ਦੀ ਬੇਟੀ ਦੀ ਸ਼ਾਦੀ। ਇਹ ਜਾਤੀ ਅਮਰਾ ਦੇ ਵਿੱਚ ਉਹ ਫੰਕਸ਼ਨ ਸੀ ਅਤੇ ਨਰਿੰਦਰ ਮੋਦੀ ਸਾਹਿਬ ਜਿਹੜੇ ਨੇ ਉਹ ਕਿਸੇ ਦੂਸਰੇ ਮੁਲਕ ਦੇ ਦੌਰੇ 'ਤੇ ਸਨ ਅਤੇ ਉੱਥੋਂ ਵਾਪਸੀ ਦੇ ਉੱਤੇ ਉਹ ਲਾਹੌਰ ਆ ਗਏ। ਔਰ ਉਹਦੇ ਉੱਤੇ ਉਹ ਸਵਾਲ ਚੁੱਕਿਆ ਗਿਆ ਕਿ ਜਨਾਬ ਨਾ ਤਾਂ ਉਹਨਾਂ ਕੋਲ ਵੀਜ਼ਾ ਇਸ ਵਿਜ਼ਿਟ ਦਾ ਹੈਗਾ ਸੀ, ਨਾ ਕੋਈ ਸਰਕਾਰੀ ਤੌਰ 'ਤੇ ਇੰਤਜ਼ਾਮਾਤ ਸਨ, ਸਰਕਾਰ ਨੂੰ ਪਹਿਲੇ ਖਬਰ ਸੀ। ਹਾਂ, ਇਹ ਗੱਲ ਹੋ ਸਕਦੀ ਹੈ ਕਿ ਉਹਨਾਂ ਨੇ ਦੋ ਤਰਫਾ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੀ ਆਪਸ ਦੇ ਵਿੱਚ ਇਸ ਬਾਰੇ ਗੱਲ ਹੋਈ ਹੋਵੇ, ਲੇਕਿਨ ਬਾਕੀ ਜਿਹੜੇ ਆਮ ਤੌਰ 'ਤੇ ਇੰਟਰਨੈਸ਼ਨਲ ਵਿਜ਼ਿਟ ਦੇ ਸ਼ਰਾਇਤ ਹੁੰਦੀਆਂ ਨੇ, ਜ਼ਾਬਤੇ ਹੁੰਦੇ ਨੇ, ਜਿਹੜੀ ਡਾਕੂਮੈਂਟੇਸ਼ਨ ਹੁੰਦੀ, ਉਹ ਸਾਰੀ ਦੀ ਸਾਰੀ ਨਜ਼ਰਅੰਦਾਜ਼ ਕੀਤੀ ਗਈ। ਇਸ ਮਾਮਲੇ ਦੇ ਵਿੱਚ ਮੀਆਂ ਨਵਾਜ਼ ਸ਼ਰੀਫ ਦੇ ਉੱਤੇ ਵੀ ਉਦੋਂ ਬੜੀ ਤਨਕੀਦ ਹੋਈ ਕਿ ਉਹਨਾਂ ਨੇ ਜੇ ਬੁਲਾਉਣਾ ਹੀ ਸੀ ਮੋਦੀ ਸਾਹਿਬ ਨੂੰ ਅਤੇ ਫਿਰ ਕੋਈ ਵੀਜ਼ੇ ਦਾ ਉਹਨਾਂ ਦਾ ਅਰੇਂਜ ਕਰਦੇ, ਕੋਈ ਸਰਕਾਰੀ ਵਿਜ਼ਿਟ ਕਰਦੇ, ਲੇਕਿਨ ਇਹ ਸਾਰਾ ਇੱਕ ਪਾਸੇ ਰੱਖ ਕੇ ਗੱਲ ਉਹਨਾਂ ਨੂੰ ਇੱਥੇ ਬੁਲਾ ਲਿਆ ਗਿਆ। ਉਦੋਂ ਇਹ ਵੀ ਗੱਲ ਆਈ ਕਿ ਜਿਹੜੀ ਇਸਟੈਬਲਿਸ਼ਮੈਂਟ ਸੀ ਉਸ ਵਕਤ ਦੀ, ਉਹਨੇ ਇਸ ਤਰ੍ਹਾਂ ਉਹਨਾਂ ਨੂੰ ਬੁਲਾਉਣ ਦੇ ਉੱਤੇ ਜਿਹੜੀ ਸੀ ਨਾਰਾਜ਼ਗੀ ਦਾ ਇਜ਼ਹਾਰ ਵੀ ਕੀਤਾ ਸੀ ਔਰ ਮਨ੍ਹਾ ਕੀਤਾ ਸੀ ਕਿ ਨਾ ਬੁਲਾਇਆ ਜਾਵੇ ਇਸ ਮੌਕੇ ਦੇ ਉੱਤੇ। ਹੁਣ ਨਰਿੰਦਰ ਮੋਦੀ ਹੋਰਾਂ ਨੇ ਕੀ ਕਿਹਾ? ਉਹਨਾਂ ਨੇ ਇੱਕ ਰੈਫਰੈਂਸ ਦਿੱਤਾ ਕੁਝ ਅਰਸਾ ਪਹਿਲੇ, ਬਲਕਿ ਕੁਝ ਸਾਲ ਪਹਿਲੇ, ਇੱਕ ਕਾਂਗਰਸੀ ਰਹਿਨੁਮਾ ਹੈਗੇ ਨੇ ਮਨੀ ਸ਼ੰਕਰ ਆਇਰ, ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਪਾਕਿਸਤਾਨ ਜੇ ਇੱਕ ਐਟਮੀ ਤਾਕਤ ਹੈ ਅਤੇ ਇੰਡੀਆ ਨੂੰ ਜਦੋਂ ਵੀ ਉਹਦੇ ਨਾਲ ਗੱਲ ਕਰਨੀ ਹੋਵੇ ਅਤੇ ਉਹ ਇਹਤਰਾਮ ਦੇਣਾ ਚਾਹੀਦਾ ਇੰਡੀਆ ਨੂੰ, ਜਿਹੜਾ ਇੱਕ ਐਟਮੀ ਤਾਕਤ ਨੂੰ ਦੇਣਾ ਚਾਹੀਦਾ। ਉਹਨਾਂ ਦਾ ਕਹਿਣ ਦਾ ਮਕਸਦ ਇਹ ਸੀ ਕਿ ਇਸ ਤਰ੍ਹਾਂ ਜਿਹੜੇ ਦੋਵੇਂ ਮੁਲਕ ਇੱਕ ਦੂਜੇ ਦਾ ਇਹਤਰਾਮ ਕਰਨ ਅਤੇ ਫਿਰ ਕਸ਼ੀਦਗੀ ਦੇ ਵਿੱਚ ਕਮੀ ਆ ਸਕਦੀ ਹੈ ਔਰ ਦੋ ਤਰਫਾ ਜਿਹੜੇ ਤਾਲੁਕਾਤ ਨੇ ਉਹ ਬਿਹਤਰੀ ਵੱਲ ਜਾ ਸਕਦੇ ਨੇ। ਇਹ ਮਨੀ ਸ਼ੰਕਰ ਆਇਰ ਦਾ ਸਟੇਟਮੈਂਟ ਸੀ, ਕਈ ਸਾਲ ਪਹਿਲੇ ਉਹਨਾਂ ਨੇ ਦਿੱਤਾ। ਅੱਛਾ, ਹੁਣ ਚੂੰਕਿ ਇੰਡੀਆ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਮੁਖਤਲਿਫ ਜਗ੍ਹਾ ਦੇ ਉੱਤੇ ਔਰ ਉਹਦੇ ਵਿੱਚ ਜਿਹੜੀ ਬੀਜੇਪੀ ਵੇ ਉਹ ਕਾਂਗਰਸ ਦੇ ਉੱਤੇ ਸਭ ਨਾਲੋਂ ਜ਼ਿਆਦਾ ਜਿਹੜਾ ਅਟੈਕ ਕਰਦੀ, ਉਹ ਹੁੰਦਾ ਹੈ ਕਿ ਉਹ ਸਾਬਤ ਕਰੇ ਕਿ ਉਹ ਪਾਕਿਸਤਾਨ ਦੋਸਤ ਹੈ ਕਾਂਗਰਸ, ਔਰ ਉਹਦੀ ਵਜ੍ਹਾ ਨਾਲ ਇੰਡੀਆ ਦੇ ਮਾਮਲਾ ਠੀਕ ਨਹੀਂ ਸਨ ਹੁੰਦੇ ਕਾਂਗਰਸ ਦੀ ਪਾਲਿਸੀਜ਼ ਦੀ ਵਜ੍ਹਾ ਨਾਲ। ਅਤੇ ਮੋਦੀ ਜਿਹੜੇ ਨੇ ਉਹ ਕੁਝ ਆਪਣੀ ਪਾਲਿਸੀਜ਼ ਨੂੰ ਕਾਮਯਾਬੀ ਦੇ ਤੌਰ 'ਤੇ ਵੀ ਦੱਸਦੇ ਨੇ। ਮਸਲਨ ਉਹ ਦੱਸਦੇ ਨੇ ਕਿ ਅਸੀਂ ਵੇਖੋ ਪਾਕਿਸਤਾਨ ਜਿਹੜਾ ਚੰਦ ਹਫ਼ਤੇ ਪਹਿਲੇ ਵੀ ਉਹਨਾਂ ਸਟੇਟਮੈਂਟ ਦਿੱਤਾ ਕਿ ਪਾਕਿਸਤਾਨ ਜਿਹਦੇ ਹੱਥ ਦੇ ਵਿੱਚ ਬੰਬ ਹੁੰਦਾ ਸੀ ਅਤੇ ਉਹ ਸਾਨੂੰ ਹਰ ਵੇਲੇ ਡਰਾਉਂਦਾ ਰਹਿੰਦਾ ਸੀ। ਹੁਣ ਸੂਰਤ ਹਾਲ ਇਹ ਕਿ ਪਾਕਿਸਤਾਨ ਦੇ ਹੱਥ ਵਿੱਚ ਕਸ਼ਕੋਲ ਹੈ ਅਤੇ ਉਹ ਦੁਨੀਆ ਕੋਲੋਂ ਮੰਗਦਾ ਫਿਰਦਾ। ਇਹ ਉਹਨਾਂ ਨੇ ਬਿਆਨ ਦਿੱਤਾ। ਉਸ ਤੋਂ ਬਾਅਦ ਇਹ ਉਹਨਾਂ ਨੇ ਕਿਹਾ, ਮਨੀ ਸ਼ੰਕਰ ਆਇਰ ਦੇ ਸਟੇਟਮੈਂਟ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਜੀ ਤੁਸੀਂ ਜਿਹੜੇ ਮੁਲਕ ਤੋਂ ਕਹਿ ਰਹੇ ਜੀ ਨਾ ਕਿ ਐਟਮੀ ਤਾਕਤ ਹੈ ਅਤੇ ਸਾਨੂੰ ਉਹਦੇ ਨਾਲ ਇਹਤਰਾਮ ਦੇ ਨਾਲ ਗੱਲ ਕਰਨੀ ਚਾਹੀਦੀ, ਅਤੇ ਸੂਰਤ ਹਾਲ ਹੈ ਕਿ 2015 'ਚ ਜਦੋਂ ਮੈਂ ਲਾਹੌਰ ਗਿਆ ਸਾਂ ਅਤੇ ਮੈਂ ਪਾਕਿਸਤਾਨ ਦੀ ਤਾਕਤ ਵੇਖ ਆਇਆ ਸਾਂ। ਇਹ ਮੋਦੀ ਹੋਰਾਂ ਨੇ ਗੱਲ ਕੀਤੀ। ਇਹ ਜਦੋਂ ਉਹਨਾਂ ਨੇ ਗੱਲ ਕੀਤੀ ਅਤੇ ਤਜਜ਼ੀਆਕਾਰਾਂ ਦੇ ਵਿੱਚ ਇਹਦੇ ਉੱਤੇ ਡਿਬੇਟ ਹੋ ਗਈ ਸ਼ੁਰੂ। ਦੋਵੇਂ ਪਾਸੇ ਦੀ ਗੱਲ ਹੈ, ਇੰਡੀਆ ਦੇ ਵਿੱਚ ਵੀ ਲੋਕਾਂ ਨੇ ਇਹਦੇ ਉੱਤੇ ਗੱਲ ਕੀਤੀ, ਪਾਕਿਸਤਾਨ ਦੇ ਵਿੱਚ ਵੀ ਗੱਲ ਕੀਤੀ। ਲੋਕਾਂ ਦਾ ਇਹ ਕਹਿਣਾ ਵੇ ਕਿ ਇਹ ਦੋ ਤਰਫਾ ਖੈਰ ਸਗਾਲੀ ਔਰ ਅਮਨ ਦੀ ਖਾਹਿਸ਼ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਇਹਨਾਂ ਦੇ ਜ਼ਾਬਤਾਜਾਤ ਜਿਹੜੇ ਸੀ ਉਹਨੂੰ ਨਜ਼ਰਅੰਦਾਜ਼ ਕਰਕੇ ਦੌਰੇ ਨੂੰ ਮੁਮਕਿਨ ਕੀਤਾ ਗਿਆ। ਅਤੇ ਉਸ ਵਕਤ ਇਹ ਸਮਝਿਆ ਗਿਆ ਕਿ ਇਹਦੀ ਵਜ੍ਹਾ ਨਾਲ ਮੋਦੀ ਔਰ ਨਵਾਜ਼ ਸ਼ਰੀਫ ਦੇ ਜਿਹੜੇ ਤਾਲੁਕਾਤ ਨੇ ਉਹ ਦੋਵਾਂ ਮੁਲਕਾਂ ਨੂੰ ਰਿਆਸਤੀ ਸਤ੍ਹਾ ਦੇ ਉੱਤੇ ਫਾਇਦਾ ਦੇਣਗੇ, ਲੇਕਿਨ ਉਹਦਾ ਫਾਇਦਾ ਕੁਝ ਨਹੀਂ ਹੋਇਆ, ਵਜੂਹਾਤ ਮੁਖਤਲਿਫ ਨੇ। ਅਤੇ ਹੁਣ ਜਿਸ ਤਰ੍ਹਾਂ ਉਹ ਇਹਦੇ ਉੱਤੇ ਗੱਲ ਕਰਨ ਡਏ ਨੇ ਨਰਿੰਦਰ ਮੋਦੀ, ਲੱਗਦਾ ਇੰਝ ਕਿ ਉਹ ਜਿਹੜੀ ਸਿਆਸਤ ਦੀ ਇਖਲਾਕੀਆਤ ਹੁੰਦੀ ਉਹਨੂੰ ਕਿਸੇ ਵਜ੍ਹਾ ਨਾਲ ਭੁਲਾ ਬੈਠੇ ਨੇ। ਉਹ ਇੱਕ ਵੱਡੇ ਲੀਡਰ ਨੇ,
ਜ਼ਾਹਿਰ ਹੈ 1.25 ਅਰਬ ਆਬਾਦੀ ਦੇ ਮੁਲਕ ਦੇ ਉਹ ਪ੍ਰਾਈਮ ਮਿਨਿਸਟਰ ਨੇ ਮੁੰਤਖਬ, ਇੱਕ ਵੱਡੇ ਲੀਡਰ ਨੇ, ਦੁਨੀਆ ਦੇ ਵਿੱਚ ਉਹਨਾਂ ਦੀ ਗੱਲ ਸੁਣੀ ਜਾਂਦੀ। ਲੇਕਿਨ ਜਿਸ ਤਰ੍ਹਾਂ ਉਹਨਾਂ ਨੇ ਇਸ ਗੱਲ ਦੇ ਉੱਤੇ ਬਿਆਨ ਦਿੱਤਾ, ਇਹਦੇ ਤੋਂ ਲੱਗਾ ਕਿ ਉਹਨਾਂ ਛੋਟੇਪਨ ਦਾ ਮੁਜ਼ਾਹਰਾ ਕੀਤਾ। ਉਹਨਾਂ ਨੇ ਇਹ ਦੱਸਿਆ ਵੇ ਕਿ ਮੈਂ ਜਿੰਨੇ ਵੱਡੇ ਮਨਸਬ 'ਤੇ ਹੈਗਾ ਵਾਂ ਅਤੇ ਕਈ ਮਾਮਲਿਆਂ 'ਚ ਮੈਂ ਸ਼ਾਇਦ ਇਹਦਾ ਮੁਸਤਹਿਕ ਨਹੀਂ ਹੈਗਾ। ਯਾਨੀ ਉਹਨਾਂ ਨੂੰ ਇੱਕ ਬੰਦੇ ਨੇ, ਇੱਕ ਮੁਲਕ ਨੇ ਪਿਆਰ ਦੇ ਨਾਲ, ਮਾਣ ਦੇ ਨਾਲ ਸਨਮਾਨ ਦਿੱਤਾ, ਬੁਲਾਇਆ ਆਪਣੇ, ਹਾਂ, ਔਰ ਬੁਲਾਇਆ ਵੀ ਕਿਤੇ ਇੱਕ ਸ਼ਾਦੀ ਦੀ ਤਕਰੀਬ, ਖਾਨਦਾਨੀ ਸ਼ਾਦੀ ਦੀ ਤਕਰੀਬ ਦੇ ਵਿੱਚ, ਔਰ ਮੁਖਾਲਫਤ ਦੇ ਬਾਵਜੂਦ ਬੁਲਾਇਆ। ਅਤੇ ਉਹ ਇਹ ਸਟੇਟਮੈਂਟ ਦੇ ਕੇ ਇਹ ਸਾਬਤ ਕਰ ਰਹੇ ਨੇ ਕਿ ਉਦੋਂ ਜਿਹੜੇ ਲੋਕ ਚਾਹੁੰਦੇ ਸਨ ਕਿ ਮੋਦੀ ਨਾ ਆਉਣ ਲਾਹੌਰ ਦੇ ਵਿੱਚ, ਉਹ ਫਿਰ ਠੀਕ ਸਨ, ਉਹਨਾਂ ਦੇ ਖਦਸ਼ਾਤ ਠੀਕ ਸਨ ਕਿ ਇਹ ਜਿਹੜੇ ਨੇ ਇਹ ਅਮਨ ਵਾਸਤੇ ਨਹੀਂ ਆਉਣਾ ਚਾਹੁੰਦੇ, ਜਾਂ ਇਹਨਾਂ ਦੀ ਆਮਦ ਦਾ ਅਮਨ ਨੂੰ ਕੋਈ ਫਾਇਦਾ ਨਹੀਂ ਹੋਣਾ। ਹਾਂ, ਇਹਦੇ ਨਾਲ ਪਾਕਿਸਤਾਨ ਦੀਆਂ ਜਿਹੜੀਆਂ ਕੁਝ ਕਮਜ਼ੋਰੀਆਂ ਨੇ ਉਹ ਜ਼ਰੂਰ ਉਹ ਲੱਭਣ ਦੀ ਕੋਸ਼ਿਸ਼ ਕਰਨਗੇ। ਅਤੇ ਇਹਨਾਂ ਨੇ ਸਟੇਟਮੈਂਟ ਦੇ ਜ਼ਰੀਏ ਜੋ ਕੁਝ ਜ਼ਾਹਿਰ ਕੀਤਾ, ਉੱਤੇ ਤਾਂ ਫਿਰ ਇੰਝ ਹੀ ਪਤਾ ਲੱਗਾ ਕਿ ਉਹ ਲੋਕਾਂ ਦੇ ਖਦਸ਼ਾਤ ਠੀਕ ਸਨ। ਅਤੇ ਹੋਰ ਵੀ ਇੱਕ ਗੱਲ ਕੀਤੀ ਉਹਨਾਂ ਨੇ ਇਸੇ ਤਕਰੀਰ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਪਾਕਿਸਤਾਨ ਦੀ ਤਾਕਤ ਚੈੱਕ ਕਰ ਆਇਆ ਹਾਂ। ਅਤੇ ਉਹਦੇ ਨਾਲ ਉਹਨਾਂ ਨੇ ਅੱਗੇ ਵੀ ਕਿਹਾ ਕਿ ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹ ਮੇਰੇ ਐਕਸ਼ਨਸ ਜਿਹੜੇ ਨੇ ਉਹਨਾਂ ਉੱਤੇ ਬੜੇ ਕੰਸਰਨ ਨੇ, ਯਾਨੀ ਕੰਸਰਨ ਰੱਖਦੇ ਨੇ, ਫਿਕਰਮੰਦ ਨੇ, ਤਸ਼ਵੀਸ਼ ਦਾ ਮੁਬਤਲਾ ਨੇ ਪਾਕਿਸਤਾਨ ਦੇ ਲੋਕ ਕਿ ਮੈਂ ਜੋ ਕੁਝ ਵੀ ਇਕਦਾਮਾਤ ਕਰਨਾ ਵਾ, ਮੇਰੇ ਫੈਸਲੇ ਉਹਨਾਂ ਵਾਸਤੇ ਭਾਰੇ ਪੈਂਦੇ ਨੇ। ਅਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਦਹਿਸ਼ਤਗਰਦੀ ਹੁੰਦੀ ਪਾਕਿਸਤਾਨ ਦੇ ਵਿੱਚ, ਉਹ ਕਿਹਾ ਜਾਂਦਾ ਹੈ ਕਿ ਉਹ ਸ਼ਾਇਦ ਮੇਰੇ ਇਕਦਾਮਾਤ ਦੇ ਨਤੀਜੇ ਦੇ ਵਿੱਚ ਕੁਝ ਹੈਗਾ ਵੇ। ਉਹਨਾਂ ਕਿ ਇੰਝ ਵੀ ਲੋਕ ਸੋਚਦੇ ਨੇ। ਜੋ ਸਿਆਸਤਦਾਨ ਨੇ ਨਾ, ਕੁਝ ਗੱਲ ਕਹਿ ਵੀ ਦੇਣਾ ਅਤੇ ਗੱਲ ਲੁਕਾ ਵੀ ਲੈਣੀ। ਅਤੇ ਇਹ ਇੱਕ ਵੱਡੇ ਲੀਡਰ, ਰੀਜਨ ਦੇ ਇੱਕ ਤਾਕਤ ਦੇ ਰਹਿਨੁਮਾ ਦੇ ਤੌਰ 'ਤੇ ਮੇਰਾ ਖਿਆਲ ਹੈ ਕਿ ਇਹ ਮਾੜੀ ਗੱਲ ਸੀ। ਔਰ ਇਹ ਮਾੜੀ ਗੱਲ ਜਿਹੜੀ ਹੈ, ਇਹਨੂੰ ਲੋਕ ਤਜਜ਼ੀਏ ਦੇ ਵਿੱਚ ਉਸ ਤਰ੍ਹਾਂ ਤਾਂ ਨਹੀਂ ਲੈਂਦੇ, ਲੇਕਿਨ ਕਿਤੇ ਨਾ ਕਿਤੇ ਐਸੇ ਲੋਕ ਵੀ ਹੈਗੇ ਨੇ ਕਿ ਜਿਨ੍ਹਾਂ ਦੇ ਤਜਜ਼ੀਆ ਘੱਟ ਸੁਣਿਆ ਜਾਂਦਾ ਹੈ, ਘੱਟ ਪੜ੍ਹਿਆ ਜਾਂਦਾ ਹੈ, ਪਰ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਜ਼ਿਆਦਾ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਮੈਂ ਇਹ ਗੱਲ ਕਰਾਂਗਾ ਕਿ ਇਸ ਸਟੇਟਮੈਂਟ ਦੇ ਉੱਤੇ ਹੋ ਸਕਦਾ ਹੈ ਕਿ ਕੋਈ ਐਸਾ ਵੀਲਾਗ ਵੀ ਹੋਵੇ, ਕੋਈ ਦੋਸਤ ਬਣਾਵੇ ਜਿਹੜਾ ਇਹਨੂੰ ਬੜਾ ਨਮਕ ਮਿਰਚ ਲਾਵੇ, ਔਰ ਉਹ ਐਸੇ ਤਰੀਕੇ ਨਾਲ ਪੇਸ਼ ਕਰੇ ਕਿ ਲੋਕ ਬਹੁਤ ਵੱਡੀ ਤਾਦਾਦ ਦੇ ਵਿੱਚ ਫਾਲੋ ਕਰਨ ਉਹਨੂੰ ਔਰ ਦੇਖਣ। ਲੇਕਿਨ ਇਹ ਗੱਲ ਵੀ ਆਪਣੀ ਜਗ੍ਹਾ 'ਤੇ, ਜਿਵੇਂ ਅਸੀਂ ਸਾਡੀ ਰਾਏ ਕਿ ਇਹਨਾਂ ਚੀਜ਼ਾਂ ਨੂੰ ਤਹੱਮਲ ਦੇ ਨਾਲ ਸੁਣਨਾ ਚਾਹੀਦਾ, ਔਰ ਤਹੱਮਲ ਨਾਲ ਸੁਣਨ ਤੋਂ ਬਾਅਦ ਲੌਜੀਕਲੀ ਉਹਨੂੰ ਡਿਸਕਸ ਕਰਨਾ ਚਾਹੀਦਾ ਹੈ। ਇਹ ਅਖਲਾਕੀਆਤ ਜਿਹੜੀ ਹੈ, ਇਹ ਪੂਰੀ ਦੁਨੀਆ ਦੇ ਵਿੱਚ ਤਸਲੀਮ ਕੀਤੀ ਜਾਂਦੀ ਹੈ। ਇੰਡੀਆ ਦੇ ਵਿੱਚ ਵੀ ਲੋਕ ਇਹਨੂੰ ਮੰਨਣ ਵਾਲੇ ਹੈਗੇ ਨੇ। ਅਤੇ ਜਿਹੜੇ ਅਖਲਾਕੀਆਤ ਦੇ ਉੱਤੇ ਯਕੀਨ ਰੱਖਦੇ ਨੇ, ਪੋਲੀਟੀਕਲ ਐਥਿਕਸ ਦੇ ਉੱਤੇ ਯਕੀਨ ਰੱਖਦੇ ਨੇ, ਉਹਨਾਂ ਨੂੰ ਚਾਹੀਦਾ ਉਹ ਕਿਸੇ ਵੀ ਜਗ੍ਹਾ 'ਤੇ ਹੋਣ, ਕਿਸੇ ਵੀ ਮੁਲਕ ਦੇ ਸ਼ਹਿਰੀ ਹੋਣ, ਇਸ ਤਰ੍ਹਾਂ ਦੀ ਸਟੇਟਮੈਂਟਸ ਨੂੰ ਕੰਡੈਮ ਕਰਨ, ਔਰ ਉਹ ਦੱਸਣ ਕਿ ਇਹਦੇ ਨਾਲ ਸਿਰਫ ਇਹ ਨਹੀਂ ਹੈਗਾ ਕਿ ਦੂਸਰੇ ਮੁਲਕ ਦੇ ਨਾਲ ਤੁਹਾਡਾ ਤਲਕ ਖਰਾਬ ਹੋ ਰਿਹਾ, ਇਹਦੇ ਨਾਲ ਬੰਦੇ ਦਾ ਆਪਣਾ ਕੱਦ ਕਾਠ ਜਿਹੜਾ ਹੈ ਉਹ ਵੀ ਛੋਟਾ ਹੁੰਦਾ ਹੈ। ਅਤੇ ਇਹ ਜਨਾਬ ਇੱਕ ਐਸਾ ਇਸ਼ੂ ਹੈਗਾ ਵੇ ਜਿਹਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਬਾਵਜੂਦ ਪਾਕਿਸਤਾਨ ਦੇ ਚੂੰਕਿ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ, ਇੱਥੇ ਨਵੇਂ ਮਸਾਇਲ ਆਪਣੇ ਹੀ ਪੈਦਾ ਹੋ ਜਾਂਦੇ ਨੇ, ਅਤੇ ਸਾਡੇ ਹਵਾਲੇ ਨਾਲ ਦੁਨੀਆ ਜੋ ਕੁਝ ਕਹਿਣ ਡਈ ਹੈ, ਅਸੀਂ ਉਹਦੇ 'ਤੇ ਗੌਰ ਕਰਨ ਦਾ ਟਾਈਮ ਹੀ ਨਹੀਂ ਕੱਢ ਪਾਉਂਦੇ। ਅਤੇ ਇਸ ਵਾਸਤੇ ਇਹ ਅਹਿਮ ਗੱਲਾਂ ਜਿਹੜੀਆਂ ਨੇ ਉਹ ਵੀ ਡਿਸਕਸ ਕਰਨ ਤੋਂ ਰਹਿ ਜਾਂਦੀਆਂ ਨੇ। ਅਤੇ ਮੋਦੀ ਸਾਹਿਬ ਦਾ ਜਿਹੜਾ ਸਟੇਟਮੈਂਟ ਹੈ, ਇਹਨੇ ਪਾਕਿਸਤਾਨ ਅਤੇ ਇੰਡੀਆ ਦੇ ਦਰਮਿਆਨ ਜਿਹੜੇ ਚੰਗੇ ਤਲਕਾਤ ਦੇ ਖਾਹਾਂ ਲੋਕ ਨੇ ਉਹਨਾਂ ਨੂੰ ਖਾਸਾ ਮਾਯੂਸ ਕੀਤਾ। ਅਸੀਂ ਤੋਕੋ ਕਰਨੇ ਹਾਂ ਕਿ ਉੱਧਰ ਦੇ ਲੋਕ ਜਿਹੜੇ ਸਾਡੇ ਦੋਸਤ ਨੇ ਉਹ ਇਹਦੇ ਉੱਤੇ ਆਪਣਾ ਰਿਐਕਸ਼ਨ ਦੇਣਗੇ, ਔਰ ਸੂਰਤ ਹਾਲ ਨੂੰ ਐਸੇ ਰੁਖ ਦੇ ਉੱਤੇ ਇਸਤਵਾਰ ਕਰਨ ਦੀ ਕੋਸ਼ਿਸ਼ ਕਰਨਗੇ ਜਿੱਥੇ ਗੁੰਜਾਇਸ਼ ਰਵੇ ਦੋਵਾਂ ਪਾਸੇ ਇੱਕ ਦੂਸਰੇ ਨਾਲ ਗੱਲ ਕਰਨ ਦੀ। ਜਿਉਂਦੇ ਰਹੋ, ਵਸਦੇ ਰਹੋ, ਅਤੇ ਜਨਾਬ ਸਬਸਕ੍ਰਾਈਬ ਵੀ ਕਰਦੇ ਰਹੋ, ਔਰ ਜਿਹੜੀ ਵੀਡੀਓਜ਼ ਨੇ ਮੇਰੀਆਂ ਇਹਨਾਂ ਨੂੰ ਸ਼ੇਅਰ ਵੀ ਕਰੋ। ਬਹੁਤ ਸ਼ੁਕਰੀਆ।